Morning student, you are most welcome in our online classes. It's your SST class and today we discuss about bookwork of history's part lesson first medieval India. ਸਟੂਡੈਂਟ ਜਿਸ ਤਰ੍ਹਾਂ ਤੁਸੀਂ ਲਾਸਟ ਜੋ ਆਪਣੇ ਵੀਡੀਓਜ਼ ਜਾਂ ਲੈਕਚਰ ਹੋਏ ਨੇ ਉਹਨਾਂ ਦੇ ਵਿੱਚ ਆਪਾਂ ਕੀ ਹੈਗਾ ਕਿ ਜੋ ਆਪਣਾ SST ਉੱਤੇ ਹਰ ਇੱਕ ਚੈਪਟਰ ਦੇ ਕੁਐਸਚਨ ਆਨਸਰ ਕੀਤੇ ਨੇ, ਠੀਕ ਹੈ। ਤਾਂ ਆਪਾਂ ਉਹਨਾਂ ਕੁਐਸਚਨ ਆਨਸਰਸ ਤੋਂ ਬਿਨਾਂ ਆਪਾਂ ਇਸ ਵਾਰ ਹੁਣ ਕੀ ਕਰ ਰਹੇ ਹਾਂ, ਆਪਾਂ ਉਹਨਾਂ ਹੀ ਲੈਸਨਸ ਦਾ ਬੁੱਕ ਵਰਕ ਬਹੁਤ ਚੰਗੀ ਤਰ੍ਹਾਂ ਉਹਨਾਂ ਨੂੰ ਆਪਾਂ ਰੀਡ ਆਊਟ ਕਰਨਾ। ਸੋ ਸਭ ਤੋਂ ਪਹਿਲਾਂ ਕੀ ਹੈਗਾ, ਮਲਟੀਪਲ ਚੋਇਸ ਕੁਐਸਚਨਸ ਹੈਗੇ ਨੇ। ਮਲਟੀਪਲ ਚੋਇਸ ਕੁਐਸਚਨ ਦੇ ਵਿੱਚ ਕੀ ਹੈ ਕਿ ਫਸਟ ਹੈਗਾ ਤੁਹਾਡਾ ਵਟ ਡਜ਼ ਦਾ ਮੈਡੀਏਵਲ ਸਟੈਂਡਸ ਫॉर। ਮੈਡੀਏਵਲ ਦਾ ਮਤਲਬ ਕੀ ਹੈਗਾ, ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ, ਮੈਡੀਏਵਲ ਆਪਾਂ ਕਿਹੜੀ ਹਿਸਟਰੀ ਪੜ੍ਹ ਰਹੇ ਹਾਂ, ਮੈਡੀਏਵਲ ਮਿਡਲ ਵਾਲੀ ਹਿਸਟਰੀ ਪੜ੍ਹ ਰਹੇ ਹਾਂ। ਤਾਂ ਮੈਡੀਏਵਲ ਦਾ ਮਤਲਬ ਕੀ ਹੈਗਾ, ਮਿਡਲ, ਮੱਧ, ਠੀਕ ਹੈ। ਦਾ ਮੈਡੀਏਵਲ ਪੀਰੀਅਡ ਇਨ ਇੰਡੀਆ ਐਕਸਟੈਂਡ ਫਰੋਮ ਡੈਸ਼ ਟੂ ਡੈਸ਼। ਜਿਹੜਾ ਮੈਡੀਏਵਲ ਪੀਰੀਅਡ ਹੈ ਇੰਡੀਆ ਵਿੱਚ ਕਿਹੜੀ ਸੈਂਚਰੀ ਤੋਂ ਲੈ ਕੇ ਕਿਸ ਸੈਂਚਰੀ ਤੱਕ ਰਿਹਾ, 8th ਸੈਂਚਰੀ ਤੋਂ ਲੈ ਕੇ 18th ਸੈਂਚਰੀ ਤੱਕ, ਠੀਕ ਹੈ। ਸੀ ਹੈਗਾ ਵੈਨ ਡਿਡ ਇਬਨ ਬਤੂਤਾ ਟਰੈਵਲ ਟੂ ਇੰਡੀਆ। ਇਬਨ ਬਤੂਤਾ ਇੱਕ ਇਰਾਨੀ ਆਪਾਂ ਕਹਿ ਸਕਦੇ ਟਰੈਵਲਰ ਸੀਗਾ। ਉਹ ਇੰਡੀਆ ਦੇ ਵਿੱਚ ਕਦੋਂ ਆਇਆ ਸੀ, ਡਿਊਰਿੰਗ ਦਾ ਰੂਲ ਆਫ ਤੁਗਲਕਸ। ਕਦੋਂ ਆਇਆ ਸੀ, ਡਿਊਰਿੰਗ ਦਾ ਰੂਲ ਆਫ ਤੁਗਲਕਸ। read again students, what does the medieval stands for? Medieval stands for middle. The medieval period in India extend from the 8th to 18th century, ठीक है। next है when did Ibn Battuta travel to India? During the rule of Tughlaqs। medieval मतलब middle and ਜਿਹੜਾ middle period ਸੀਗਾ ਉਹ 8 ਤੋਂ 18th ਸੈਂਚਰੀ ਤੱਕ ਆਪਣੇ ਇੰਡੀਆ ਦੇ ਵਿੱਚ ਐਕਸਟੈਂਡ ਹੋਇਆ ਸੀਗਾ। ਐਂਡ ਈਬਨ ਬਤੂਤਾ ਜੋ ਇਰਾਨੀ ਆਪਾਂ ਕਹਿ ਸਕਦੇ ਹੈਗਾ ਇੱਕ ਟਰੈਵਲਰ ਸੀਗਾ, ਇੱਕ ਯਾਤਰੀ ਸੀਗਾ। ਉਹ ਤੁਗਲਕ ਦੇ ਸਮੇਂ ਜਿਹੜਾ ਹੈਗਾ ਆਪਣੀ ਇੰਡੀਆ ਦੇ ਵਿੱਚ ਆਇਆ ਸੀ ਅਤੇ ਉਸਨੇ ਜਿਹੜਾ ਹੈਗਾ ਆਪਣਾ ਕੁਛ ਜੋ ਵੀ ਉਹਨਾਂ ਦੀਆਂ ਰਿਕਾਰਡਸ ਸੀਗੇ ਉਹਨਾਂ ਨੂੰ ਲਿਖਿਆ ਸੀਗਾ। ਨੈਕਸਟ ਆਪਣਾ ਜਿਹੜਾ ਹੈਗਾ MCQ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਲਿਟਰੇਰੀ ਸੋਰਸ ਆਫ ਹਿਸਟਰੀ। ਇਹਨਾਂ ਵਿੱਚੋਂ ਲਿਟਰੇਰੀ ਸੋਰਸ ਜਿਹੜਾ ਹੈਗਾ ਉਹ ਕਿਹੜਾ ਹੈਗਾ, Chronicles of court and travelers। ਐਂਡ ਨੈਕਸਟ ਆ ਆਟੋਬਾਇਓਗ੍ਰਾਫੀਜ਼ ਐਂਡ ਬਾਇਓਗ੍ਰਾਫੀਜ਼, ਠੀਕ ਹੈ। ਇਹਦਾ ਮਤਲਬ ਕੀ ਹੈਗੇ ਨੇ ਇਹ ਦੋਨੋਂ। ਪਹਿਲਾਂ ਕੀ ਹੈਗਾ, ਪਹਿਲਾਂ ਤਾਂ ਕੀ ਹੈਗਾ ਕਿ ਉਹ ਰਿਕਾਰਡਸ, ਉਹ ਅਕਾਊਂਟਸ ਜਿਹੜੇ ਇੱਕ ਕੋਰਟ ਜਾਂ ਟਰੈਵਲਰਸ ਦੁਆਰਾ ਲਿਖੇ ਜਾਂਦੇ ਨੇ। ਨੈਕਸਟ ਕੀ ਹੈਗਾ, ਆਟੋਬਾਇਓਗ੍ਰਾਫੀਜ਼ ਤੇ ਬਾਇਓਗ੍ਰਾਫੀਜ਼ ਕੀ ਹੁੰਦਾ ਗਾ। ਆਟੋਬਾਇਓਗ੍ਰਾਫੀਜ਼ ਉਹ ਹੁੰਦੀਆਂ ਨੇ ਜਿਹੜੀਆਂ ਕਿਸੇ ਵੀ ਆਦਮੀ ਦੁਆਰਾ ਖੁਦ ਲਿਖੀਆਂ ਜਾਂਦੀਆਂ ਨੇ ਉਸਦੀ ਜੀਵਨ ਨਾਲ ਸੰਬੰਧਿਤ। ਅਤੇ ਬਾਇਓਗ੍ਰਾਫੀਜ਼ ਉਹ ਹੁੰਦੀਆਂ ਨੇ ਜੋ ਕਿਸੇ ਦੀ ਜੀਵਨੀ ਲਿਖੀ ਜਾਂਦੀ ਹੈ ਬਟ ਲਿਖੀ ਕਿਸੇ ਹੋਰ ਦੁਆਰਾ ਜਾਂਦੀ ਹੈ, ਠੀਕ ਹੈ। ਤਾਂ ਦੋਨੋਂ ਹੀ ਲਿਟਰੇਰੀ ਸੋਰਸ ਨੇ, ਦੋਨੋਂ ਹੀ ਲਿਖਤੀ ਰਿਕਾਰਡ ਨੇ। ਤਾਂ ਇਸ ਕਰਕੇ ਆਪਾਂ ਇਹਦੀ ਆਪਸ਼ਨ ਕੀ ਹੈਗੀ ਆ, B C ਮਤਲਬ ਬੋਥ। ਨੈਕਸਟ ਹੈ ਹੂ ਵਾਜ਼ ਦਾ ਫਾਊਂਡਰ ਆਫ ਮੁਗਲ ਅੰਪਾਇਰ। ਮੁਗਲ ਅੰਪਾਇਰ ਦਾ ਫਾਊਂਡਰ ਕੌਣ ਸੀ, ਬਾਬਰ। ਮੁਗਲ ਅੰਪਾਇਰ ਦਾ ਫਾਊਂਡਰ ਕੌਣ ਸੀ, ਬਾਬਰ, ਠੀਕ ਹੈ। ਅਕਬਰ ਜਿਹੜਾ ਸੀਗਾ ਇੱਕ ਕਾਫੀ ਫੇਮਸ ਰਾਜਾ ਸੀ ਬਟ ਉਹ ਫਾਊਂਡਰ ਨਹੀਂ ਸੀਗਾ। ਇਹਦਾ ਫਾਊਂਡਰ ਕੌਣ ਸੀਗਾ, ਬਾਬਰ ਸੀ। ਵਿਚ ਆਫ ਦਾ ਫੋਲੋਇੰਗ ਰੂਲਡ ਡਿਊਰਿੰਗ ਦਾ ਅਰਲੀ ਮੈਡੀਏਵਲ ਪੀਰੀਅਡ। ਇਹਨਾਂ ਵਿੱਚੋਂ ਜਿਹੜਾ ਅਰਲੀ ਮੈਡੀਏਵਲ ਪੀਰੀਅਡ ਦੇ ਵਿੱਚ ਕਿਹਨਾਂ ਨੇ ਰੂਲ ਕੀਤਾ ਸੀ, ਤਾਂ ਕੌਣ ਸੀਗੇ, ਪ੍ਰਤੀਹਾਰਾਸ। ਕਿਹਨਾਂ ਨੇ ਰੂਲ ਕੀਤਾ ਸੀਗਾ, ਪ੍ਰਤੀਹਾਰਾਸ, ਠੀਕ ਹੈ। ਕਿਉਂਕਿ ਜਿਹੜੇ ਅਫਗਾਨ ਐਂਡ ਤੁਰਕ ਸੀਗੇ ਉਹਨਾਂ ਨੇ ਜਿਹੜਾ ਲੇਟ ਮੈਡੀਏਵਲ ਪੀਰੀਅਡ ਆ ਉਸ ਦੇ ਵਿੱਚ ਰੂਲ ਕੀਤਾ ਸੀਗਾ। ਸੋ ਸਟੂਡੈਂਟਸ ਜਿਹੜੇ ਲਿਟਰੇਰੀ ਸੋਰਸ ਨੇ ਸਾਰੇ ਹੀ ਜੋ ਵੀ ਟਰੈਵਲਰਸ ਦੁਆਰਾ ਰਿਕਾਰਡ ਲਿਖੇ ਗਏ ਨੇ ਜਾਂ ਆਟੋਬਾਇਓਗ੍ਰਾਫੀ ਜਾਂ ਬਾਇਓਗ੍ਰਾਫੀਜ਼ ਨੇ, ਇਹ ਦੋਨੋਂ ਹੀ ਰਿਟਨ ਰਿਕਾਰਡਸ ਨੇ। ਐਂਡ ਜਿਹੜਾ ਫਾਊਂਡਰ ਸੀਗਾ ਮੁਗਲ ਅੰਪਾਇਰ ਦਾ ਉਹ ਕੌਣ ਸੀ, ਬਾਬਰ ਸੀਗਾ, ਠੀਕ ਹੈ। ਫੇਮਸ ਰਾਜਾ ਅਕਬਰ ਸੀ ਬਟ ਫਾਊਂਡਰ ਕੌਣ ਸੀ, ਬਾਬਰ ਸੀ। ਐਂਡ ਜਿਹੜਾ ਅਰਲੀ ਮੈਡੀਏਵਲ ਪੀਰੀਅਡ ਹੈਗਾ ਉਸ ਸਮੇਂ ਜਿਹੜੇ ਨੀਚੇ ਆਪਸ਼ਨਸ ਹੈ ਇਹਨਾਂ ਦੇ ਵਿੱਚੋਂ ਕਿਹਨਾਂ ਨੇ ਰਾਜ ਕੀਤਾ ਸੀ, ਪ੍ਰਤੀਹਾਰਾਸ, ਠੀਕ ਹੈ। ਸੋ ਆਪਣਾ ਨੈਕਸਟ ਜਿਹੜਾ ਹੈਗਾ ਉਹ ਕੁਐਸਚਨ ਕੀ ਹੈ, ਦਾ ਨੇਮ ਭਾਰਤ ਵਰਸ਼ ਇਜ਼ ਆਲਸੋ ਮੈਨਸ਼ਨਡ ਇਨ। ਜਿਹੜਾ ਭਾਰਤ ਵਰਸ਼ ਆਪਣੇ ਇੰਡੀਆ ਦਾ ਭਾਰਤ ਵਰਸ਼ ਨਾਮ ਹੈ ਉਹ ਕਿਹੜੇ ਵੇਦ ਦੇ ਵਿੱਚ ਸੀਗਾ, ਰਿਗਵੇਦ, ਕਿਉਂਕਿ ਸਭ ਤੋਂ ਪੁਰਾਣਾ ਵੇਦ ਹੈ। ਐਂਡ ਇਸ ਵੇਦ ਦੇ ਵਿੱਚ ਭਾਰਤ ਨੂੰ ਕੀ ਕਿਹਾ ਜਾਂਦਾ ਸੀ, ਭਾਰਤ ਵਰਸ਼। ਨੈਕਸਟ ਅਕਬਰਨਾਮਾ। ਅਕਬਰਨਾਮਾ ਕਿਹਨੇ ਲਿਖੀ ਸੀ, ਇਹ ਕੀ ਹੈਗੀ ਇੱਕ ਬਾਇਓਗ੍ਰਾਫੀ ਹੈ। ਅਕਬਰਨਾਮਾ ਦੀ ਜੀਵਨ ਨਾਲ ਸੰਬੰਧਿਤ ਜਿਹੜੀ ਹੈਗੀ ਆ ਸਾਰੀ ਲਿਖਤ ਲਿਖੀ ਗਈ ਆ ਬਟ ਲਿਖੀ ਕਿਸ ਨੇ ਸੀ, ਅਬੁਲ ਫਜ਼ਲ ਨੇ। ਜੋ ਇਨਸਾਨ ਆਪਦੀ ਬਾਇਓਗ੍ਰਾਫੀ ਖੁਦ ਲਿਖਦਾ, ਆਪਦੀ ਜੀਵਨੀ ਖੁਦ ਲਿਖਦਾ, ਉਸਨੂੰ ਆਪਾਂ ਬੋਲਦੇ ਹਾਂ ਆਟੋਬਾਇਓਗ੍ਰਾਫੀ, ਠੀਕ ਹੈ। ਜੋ ਕਿਸੇ ਦੀ ਜੀਵਨੀ ਕਿਸੇ ਹੋਰ ਦੁਆਰਾ ਲਿਖੀ ਜਾਂਦੀ ਉਸਨੂੰ ਬੋਲਦੇ ਆਪਾਂ ਬਾਇਓਗ੍ਰਾਫੀ। ਐਂਡ ਅਕਬਰਨਾਮਾ ਅਕਬਰ ਦੇ ਜੀਵਨ ਬਾਰੇ ਲਿਖਿਆ ਗਿਆ ਸੀ ਕਿਹਦੇ ਦੁਆਰਾ, ਅਬੁਲ ਫਜ਼ਲ ਦੁਆਰਾ। ਸੋ ਸਟੂਡੈਂਟ ਨੈਕਸਟ ਕੀ ਹੈਗਾ ਆਪਣੇ ਕੋਲ, ਆਪਣੇ ਟਰੂ ਫਾਲਸ ਨੇ। ਫਸਟ ਹੈਗਾ ਕ੍ਰੋਨਿਕਲਸ ਆਰ ਰਿਟਨ ਰਿਕਾਰਡਸ ਆਫ ਇਵੈਂਟ ਅਰੇਂਜਡ ਇਨ ਆਰਡਰ ਇਨ ਵਿਚ ਦੇ ਹੈਪਨ। ਕ੍ਰੋਨਿਕਲਸ ਕੀ ਹੁੰਦੇ ਨੇ, ਉਹ ਰਿਕਾਰਡ ਹੁੰਦੇ ਨੇ ਜਿਹਦੇ ਵਿੱਚ ਹਰ ਇੱਕ ਘਟਨਾ ਲਿਖੀ ਜਾਂਦੀ ਜਿਸ ਤਰੀਕੇ ਨਾਲ ਜਿਹੜੀ ਹੈਗੀ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਵਾਪਰਦੀ ਆ, ਜਿਸ ਸਮੇਂ ਵਾਪਰਦੀ ਉਸੇ ਤਰ੍ਹਾਂ ਉਸੇ ਇੱਕ ਸਟੈਪ ਬਾਏ ਸਟੈਪ ਉਸ ਘਟਨਾ ਨੂੰ ਲਿਖਿਆ ਜਾਂਦਾ। ਤਾਂ ਯੈਸ ਇਟਸ ਅ ਟਰੂ। ਨੈਕਸਟ ਲਿਟਰੇਰੀ ਸੋਰਸਿਸ ਆਰ ਰਿਟਨ ਰਿਕਾਰਡਸ। ਤੁਹਾਨੂੰ ਵੀ ਪਹਿਲਾਂ ਵੀ ਦੱਸਿਆ ਲਿਟਰੇਰੀ ਸੋਰਸ ਕਿਹੜੇ ਹੁੰਦੇ ਨੇ, ਜਿਹੜੇ ਲਿਖੇ ਗਏ ਰਿਕਾਰਡ ਹੁੰਦੇ ਨੇ। ਤਾਂ ਯੈਸ ਇਟਸ ਅ ਟਰੂ। ਨੈਕਸਟ ਆ ਬਾਬਰਨਾਮਾ ਵਾਜ਼ ਬਾਇਓਗ੍ਰਾਫੀ ਆਫ ਹਿਮਾਯੂ ਰਿਟਨ ਬਾਏ ਬਾਬਰ। ਜਿਹੜੀ ਬਾਬਰਨਾਮਾ ਹੈ ਕਹਿੰਦੇ ਉਹ ਬਾਇਓਗ੍ਰਾਫੀ ਹੈ ਹਿਮਾਯੂ ਦੀ, ਜਿਹੜੀ ਕਿਹਦੇ ਦੁਆਰਾ ਲਿਖੀ ਗਈ ਆ, ਬਾਬਰ ਦੁਆਰਾ। ਨੋ ਇਟਸ ਅ ਫਾਲਸ, ਕਿਉਂਕਿ ਜਿਹੜੀ ਬਾਬਰਨਾਮਾ ਉਹ ਆਟੋਬਾਇਓਗ੍ਰਾਫੀ ਹੈ ਜਿਹੜੀ ਬਾਬਰ ਦੁਆਰਾ ਹੀ ਲਿਖੀ ਗਈ ਆਪਣੀ ਜੀਵਨੀ ਉੱਪਰ, ਠੀਕ ਹੈ। ਨੈਕਸਟ ਆਪਣੇ ਕੋਲ ਕੀ ਹੈਗਾ, ਕੁਆਇਨਸ ਹੈਲਪ ਅਸ ਇਨ
ਨੋਇੰਗ ਦਾ ਐਕਸਟੈਂਡ ਆਫ ਐम्पायर ਕੁਆਇੰਟ ਸਾਡੀ ਜਿਹੜੀ ਹੈਗੀ ਮਦਦ ਕਰਦੇ ਨੇ ਕਿਸੇ ਵੀ ਸਾਮਰਾਜ ਦੇ ਵਿਸਥਾਰ ਨੂੰ ਜਾਣਨ ਬਾਰੇ ਯੈਸ ਇਟਸ ਟਰੂ ਤੁਹਾਨੂੰ ਵੀ ਦੱਸਿਆ ਇਹ ਸਾਰੇ ਕੀ ਨੇ ਜਿਹੜੇ ਲਿਟਰੇਰੀ ਸੋਰਸਸ ਹੋ ਗਏ ਕੁਆਇਨਸ ਜਿਨ੍ਹਾਂ ਨੂੰ ਆਰਕੀਓਲੋਜੀਕਲ ਸੋਰਸਸ ਹੈ ਨਾ ਮੋਨੂਮੈਂਟਸ ਇਹ ਸਾਰੇ ਕੀ ਨੇ ਆਪਣੇ ਕੋਲ ਹਿਸਟੋਰੀਕਲ ਰਿਸੋਰਸਸ ਨੇ ਜਿਨ੍ਹਾਂ ਬਾਰੇ ਆਪਾਂ ਨੂੰ ਉਹਨਾਂ ਦੇ ਐम्पायर ਬਾਰੇ ਕਿਸੇ ਵੀ ਸਾਮਰਾਜ ਬਾਰੇ ਉਸ ਸਮੇਂ ਬਾਰੇ ਪਤਾ ਲੱਗਦਾ ਤਾਂ ਇਸ ਤਰ੍ਹਾਂ ਕੀ ਹੈਗੇ ਨੇ ਇਹ ਸਾਡੀ ਹੈਲਪ ਕਰਦੇ ਨੇ ਯੈਸ ਇਟਸ ਆ ਟਰੂ ਸੋ ਸਟੂਡੈਂਟਸ ਕ੍ਰੋਨਿਕਲਸ ਜਿਹੜੇ ਹੈਗੇ ਨੇ ਉਹ ਰਿਟਨ ਰਿਕਾਰਡਸ ਨੇ ਲਿਟਰੇਰੀ ਸੋਰਸਸ ਉਹ ਵੀ ਰਿਟਨ ਰਿਕਾਰਡਸ ਨੇ ਬਾਬਰਨਾਮਾ ਜਿਹੜਾ ਹੈਗਾ ਉਹ ਬਾਬਰ ਦੁਆਰਾ ਲਿਖਿਆ ਜ਼ਰੂਰ ਗਿਆ ਬਟ ਉਸ ਦੀ ਕੀ ਹੈਗੀ ਆਟੋਬਾਇਓਗ੍ਰਾਫੀ ਹੈ ਨਾ ਕਿ ਹਿਮਾਯੂ ਬਾਰੇ ਉਹਨੇ ਲਿਖਿਆ ਹੈਗਾ ਨੈਕਸਟ ਜਿਹੜੇ ਕੁਆਇਨਸ ਹੈਗੇ ਨੇ ਬਿਲਕੁਲ ਉਹ ਕੁਆਇਨਸ ਜਿਹੜੇ ਹੈਗੇ ਨੇ ਹਰ ਇੱਕ ਸਾਮਰਾਜ ਬਾਰੇ ਸਾਨੂੰ ਹਰ ਇੱਕ ਅੰਪਾਇਰ ਦਾ ਐਕਸਟੈਂਡ ਉਹਨਾਂ ਦਾ ਕਿੱਥੋਂ ਤੱਕ ਵਿਸਤਾਰ ਹੋਇਆ ਸੀ ਉਹਨਾਂ ਬਾਰੇ ਜਾਣਨ ਵਿੱਚ ਸਾਡੀ ਕੀ ਕਰਦੇ ਨੇ ਮਦਦ ਕਰਦੇ ਨੇ ਠੀਕ ਹੈ ਸੋ ਸਟੂਡੈਂਟਸ ਤੁਸੀਂ ਸਾਰਿਆਂ ਨੇ ਬੱਚੇ ਇਸ ਬੁੱਕ ਵਰਕ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰਨਾ ਐਂਡ ਲਰਨ ਵੀ ਕਰਨਾ ਜਿਨ੍ਹਾਂ ਕੋਲ ਬੁੱਕਸ ਹੈਗੀਆਂ ਆਪਣੀ ਬੁੱਕਸ ਦੇ ਉੱਪਰ ਟਿਕ ਲਗਾ ਲੈਣਗੇ ਨਹੀਂ ਫਿਰ ਬਾਕੀ ਬੱਚੇ ਇਸ ਨੂੰ ਪਲੀਜ਼ ਰਾਈਟ ਡਾਊਨ ਕਰ ਲੈਣ ਤਾਂ ਜੋ ਤੁਹਾਨੂੰ ਅੱਗੇ ਜਾ ਕੇ ਇਸ ਦੇ ਨਾਲ ਮੁਸ਼ਕਲ ਨਾ ਆਵੇ ਤੇ ਆਪਾਂ ਇਹਨਾਂ ਵਿੱਚੋਂ ਹੀ ਤੁਹਾਡਾ ਟੈਸਟ ਲਿਆ ਜਾਇਆ ਕਰੇਗਾ ਠੀਕ ਹੈ ਥੈਂਕ ਯੂ ਹੈਵ ਅ ਗੁੱਡ ਟਾਈਮ ਸਟੇ ਹੋਮ ਸਟੇ ਸੇਫ ਥੈਂਕ ਯੂ